ਤੁਹਾਡੇ ਡਾਊਨਟਾਊਨ ਨਾਲੋਂ ਧੂੜ ਰਾਹਾਂ ਦੀ ਸੀ ਚੰਗੀ, ਤੁਹਾਡੇ ਪੀਜ਼ਿਆਂ ਦੇ ਨਾਲੋਂ ਦਾਲ ਮਾਹਾਂ ਦੀ ਸੀ ਚੰਗੀ। इस तरह की करामाती कविता ते नाल अपने ਵੱਲੋਂ पेंटिंग तैयार करते हैं कि लोग खिच्चे आते हैं। इन्हां दी कोई भी जदों पोस्ट शेयर करते हैं, साडी कोशिश ही इन्हां नूं लभ्या जावे। सो अज असीं इन्हां नूं लभ के तुहाडे रूबरू करवाने हां। ਉਹ ਚਾਰ ਲਾਈਨਾਂ ਇਦਾਂ ਸੀ ਵੀ ਪੜ੍ਹਾਈ 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 ਇਹਨੇ ਕੀਤਾ ਬੱਚਿਆਂ ਨੂੰ ਸਦਾਈ। ਬੱਚੇ ਚਾਹੁੰਦੇ ਨੇ ਛੁੱਟੀਆਂ, ਪਰ ਪੜ੍ਹਾਈ ਪਿੱਛੇ ਮੈਡਮ ਕੋਲੋਂ ਖਾਣੀਆਂ ਪੈਂਦੀਆਂ ਨੇ ਜੁੱਤੀਆਂ। ਕਿਉਂਕਿ ਮੇਰਾ ਲਿਖਣ ਦਾ ਸਟਾਈਲ ਹੈ ਉਹ ਸਾਰਾ ਸੱਭਿਆਚਾਰਕ ਧੀਆਂ ਭੈਣਾਂ ਜਾਂ ਰਿਸ਼ਤਿਆਂ ਦੇ ਉੱਤੇ ਜ਼ਿਆਦਾ ਡਿਪੈਂਡ ਕਰਦਾ ਹੈ ਜੀ। ਤੇ ਅੱਜ ਕੱਲ ਦੇ ਲੋਕ ਮੇਰੇ ਖਿਆਲ ਨਾਲ ਗਾਣੇ ਬੰਦੂਕਾਂ ਰਫਲਾਂ ਤੇ ਜ਼ਿਆਦਾ ਸੁਣਨੀਆਂ ਪਸੰਦ ਕਰਦੇ, ਮੈਨੂੰ ਉਹ ਸ਼ੌਂਕ ਨਹੀਂ। ਤੁਸੀਂ ਹੈਰਾਨ ਹੋਵੋਗੇ, ਮੈਂ ਜਦੋਂ ਉਹਨਾਂ ਨੂੰ ਧੀਆਂ ਭੈਣਾਂ ਤੇ ਕਵਿਤਾਵਾਂ ਸੁਣਾਈਆਂ ਤੇ ਉਹ ਹੱਸਣ ਲੱਗ ਪਏ ਜੀ। ਤੇ ਉਹ ਕਹਿੰਦੇ ਦੇਖ ਮੇਰੀ ਗੱਲ ਸੁਣ ਵੀ ਇਹ ਜ਼ਮਾਨਾ ਕਿੱਥੇ ਦਾ ਕਿੱਥੇ ਪਹੁੰਚ ਗਿਆ। ਜਦੋਂ ਪਾਣੀ ਦੀਆਂ ਬੁਛਾਰਾਂ ਅੱਗੇ ਹਿੱਕ ਤਾਣ ਕੇ ਖੜ ਗਏ ਉਹ, ਮੈਂ ਅੰਮ੍ਰਿਤ ਬਣਦੇ ਖੂਨ ਦੇਖੇ, ਮੈਂ ਲੋਹਾ ਬਣਦੇ ਮਾਸ ਦੇਖੇ। ਇਹ ਕਿਹੋ ਜਿਹਾ ਸਿੱਖ ਤੇਰਾ, ਨਾ ਭੁੱਖ ਦੇਖੇ ਨਾ ਪਿਆਸ ਦੇਖੇ, ਇਹ ਮਰਨਾ ਕਰੇ ਕਬੂਲ ਪਹਿਲੇ, ਜੀਵਨ ਦੀ ਬਾਝੋਂ ਆਸ ਦੇਖੇ। ਛੋਟਾ ਸੀ ਥੋੜਾ 7th 8th ਕਲਾਸ, ਉਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਜੀ। ਤੇ ਉਸ ਤੋਂ ਬਾਅਦ ਉਹਨਾਂ ਦੇ ਗਮ ਦੇ ਵਿੱਚ ਮੇਰੇ ਗ੍ਰੈਂਡਫਾਦਰ ਸਾਹਿਬ ਦੀ ਵੀ ਡੈਥ ਹੋ ਗਈ ਜੀ। ਵੀ ਤੁਸੀਂ ਆਪਣੇ ਮਾਂ ਦੇ ਵਾਸਤੇ ਇਹ ਜਿਹੇ ਜਿਹੜੇ ਸ਼ਬਦ ਬੋਲੇ ਹੈਗੇ ਆ ਸੋਸ਼ਲ ਮੀਡੀਆ ਦੇ ਉੱਤੇ, ਆਮ ਕਰਕੇ ਕਹਿੰਦੇ ਆ ਪੁੱਤ ਪੜ੍ਹਾਇਆ ਸੁਧਰਦਾ ਆਪਣਾ ਹੀ ਖਾਨਦਾਨ, ਧੀ ਪੜ੍ਹਾਇਆ ਸੁਧਰਦੀ ਆਦਮ ਦੀ ਸੰਤਾਨ। ਕਿਰਨਾਂ ਕਣੀਆਂ ਤੇ ਰੁਸ਼ਨਾਈਆਂ, ਵੰਜਲੀ ਸਰੰਗੀ ਰਬਾਬ ਨੇ ਧੀਆਂ, ਆਸਾਂ ਖੁਸ਼ੀਆਂ ਡੂੰਘੀਆਂ ਰਮਜ਼ਾਂ, ਨਫਾ ਫਾਇਦਾ ਤੇ ਲਾਭ ਨੇ ਧੀਆਂ। ਫਿਰ ਮੈਂ ਆਪਣੇ ਇਮੋਸ਼ਨਸ ਨੂੰ ਕਵਿਤਾ 'ਚ ਕੱਢਣਾ ਸ਼ੁਰੂ ਕੀਤਾ, ਆਪਣੇ ਇਮੋਸ਼ਨਸ ਨੂੰ ਚਿੱਤਰਕਾਰੀ 'ਚ ਕੱਢਣਾ ਸ਼ੁਰੂ ਕੀਤਾ ਜੀ। ਇਹ ਸਫ਼ਰ ਉਦੋਂ ਹੀ ਸ਼ੁਰੂ ਹੋਇਆ ਤੇ ਇਹ ਪੈਰਲਲ ਹੀ ਚੱਲਦਾ ਰਿਹਾ। ਬਈ ਜਦੋਂ ਮੈਂ ਲਿਖਣ ਲੱਗ ਪੈਂਦਾ ਸੀਗਾ ਤੇ ਮੇਰਾ ਅੰਦਰੋਂ ਆਵਾਜ਼ ਆਉਂਦੀ ਸੀ ਵੀ ਚਿੱਤਰਕਾਰੀ ਪਿੱਛੇ ਰਹਿ ਗਈ ਤੂੰ, ਜਦ ਤੈਨੂੰ ਰੱਬ ਨੇ ਇਹ ਦਾਤ ਬਖਸ਼ੀ ਹੋਈ ਹੈ ਤੇ ਤੂੰ ਚਿੱਤਰਕਾਰੀ ਕਿੱਦਾਂ ਪਿੱਛੇ ਰਹਿ ਗਈ। ਅੱਛਾ, ਜੇ ਮੈਂ ਚਿੱਤਰਕਾਰੀ ਕਰਨ ਲੱਗ ਪੈਂਦਾ ਸੀ ਤਾਂ ਮੇਰੇ ਕਿਤੇ ਇਹ ਆਵਾਜ਼ ਆਉਂਦੀ ਸੀ ਵੀ ਤੇਰੀ ਕਵਿਤਾ ਪਿੱਛੇ ਰਹਿ ਗਈ। ਵੀ ਜਿੱਥੇ ਉੱਗ ਪੈਂਦਾ ਉੱਥੇ ਰੁੱਖ ਬਣ ਜਾਵੇ, ਉਹਦਾ ਉੱਥੇ ਹੀ ਟਿਕਾਣਾ ਘਰ-ਬਾਰ ਹੁੰਦਾ ਏ। ਕੋਹਾਂ ਦੂਰ ਜਾਣਾ ਪਵੇ, ਪੈਂਦੀ ਮਾਰਨੀ ਉਡਾਰੀ, ਚੋਗਾ ਜਿੱਥੇ ਕਿਸੇ ਪੰਛੀ ਦਾ ਖਲਾਰ ਹੁੰਦਾ ਹੈ। ਦੇਸ਼ ਵਿੱਚ ਗੁੱਟ ਉੱਤੇ ਕਦੀ ਘੜੀ ਨਹੀਂ ਸੀ ਬੰਨੀ, ਇੱਥੇ ਸਮਿਆਂ ਦੀ ਸੁਣੀ ਅਸੀਂ ਸਮਿਆਂ ਦੀ ਮੰਨੀ। 7 ਦਿਨ ਹੁੰਦੇ ਹਫ਼ਤੇ 'ਚ ਇੱਥੇ ਪਤਾ ਲੱਗਾ, 6 ਦਿਨਾਂ ਪਿੱਛੋਂ ਇੱਕੋ ਹੀ ਐਤਵਾਰ ਹੁੰਦਾ ਏ। ਕੋਹਾਂ ਦੂਰ ਜਾਣਾ ਪਵੇ, ਪੈਂਦੀ ਮਾਰਨੀ ਉਡਾਰੀ, ਚੋਗਾ ਜਿੱਥੇ ਕਿਸੇ ਪੰਛੀ ਦਾ ਖਲਾਰ ਹੁੰਦਾ ਏ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਮੈਂ ਹਰਪਾਲ ਸਿੰਘ ਸੁਨਾਮ। ਪਿਆਰੇ ਦਰਸ਼ਕੋ, ਜਿਵੇਂ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਦੁਨੀਆ ਭਰ ਦੇ ਵਿੱਚ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਸਾਡੇ ਸਮਾਜ ਲਈ ਕੁਝ ਮੱਲਾਂ ਮਾਰੀਆਂ, ਅਸੀਂ ਉਹਨਾਂ ਨੂੰ ਆਪ ਜੀ ਦੇ ਰੂਬਰੂ ਕਰਵਾਉਂਦੇ ਹਾਂ। ਅੱਜ ਇੱਕ ਐਸੀ ਹੀ ਬਹੁਪੱਖੀ ਸ਼ਖਸੀਅਤ, ਕੈਨੇਡਾ ਨਿਵਾਸੀ ਸਰਦਾਰ ਅਮੋਲਕਦੀਪ ਸਿੰਘ ਅਟਵਾਲ, ਜੋ ਕਿ ਟਿਕਟੌਕ, ਫੇਸਬੁੱਕ, ਯੂਟਿਊਬ ਤੇ ਸਟਾਰ ਨੇ। ਕਾਫੀ ਲੋਕੀ ਇਹਨਾਂ ਨੂੰ ਲਾਈਕ ਕਰਦੇ ਆ। ਇਹਨਾਂ ਦੀ ਖਾਸੀਅਤ ਹੈ ਕਿ ਇਹ ਆਡੀਓ ਵਿਜ਼ੂਅਲ ਇਸ ਤਰ੍ਹਾਂ ਦੀ ਕਰਾਮਾਤੀ ਕਵਿਤਾ ਤੇ ਨਾਲ ਆਪਣੇ ਵੱਲੋਂ ਪੇਂਟਿੰਗ ਤਿਆਰ ਕਰਦੇ ਆ ਕਿ ਲੋਕੀ ਖਿੱਚੇ ਆਉਂਦੇ ਆ। ਇਹਨਾਂ ਦੀ ਕੋਈ ਵੀ ਜਦੋਂ ਇਹ ਪੋਸਟ ਸ਼ੇਅਰ ਕਰਦੇ ਆ, ਸਾਡੀ ਕੋਸ਼ਿਸ਼ ਹੀ ਇਹਨਾਂ ਨੂੰ ਲੱਭਿਆ ਜਾਵੇ। ਸੋ ਅੱਜ ਅਸੀਂ ਇਹਨਾਂ ਨੂੰ ਲੱਭ ਕੇ ਤੁਹਾਡੇ ਰੂਬਰੂ ਕਰਵਾਉਂਦੇ ਹਾਂ। ਮੇਰੀ ਮੁਰਾਦ ਹੈ ਸਰਦਾਰ ਅਮੋਲਕਦੀਪ ਸਿੰਘ ਅਟਵਾਲ। ਹਾਂਜੀ ਅਟਵਾਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਜੀ, ਪਹਿਲਾਂ ਤਾਂ ਮੈਂ ਵਡਭਾਗਾ ਸਮਝਦਾ ਆਪਣੇ ਆਪ ਨੂੰ ਵੀ ਤੁਸੀਂ ਮੈਨੂੰ ਇੰਨੇ ਜੋਗਾ ਸਮਝਿਆ ਵੀ ਮੈਂ ਆਪਣੇ ਦਿਲ ਦੀਆਂ ਗੱਲਾਂ ਸਰੋਤਿਆਂ ਤੱਕ ਪਹੁੰਚਾ ਸਕਾਂ ਜੀ। ਤੇ
ਮੈਂ ਕੋਸ਼ਿਸ਼ ਕਰੂੰਗਾ ਵੀ ਦਿਲ ਦੀਆਂ ਗੱਲਾਂ ਸਿੱਧੇ ਕਰੀਏ ਤੇ ਦਿਲ ਤੱਕ ਪਹੁੰਚਣ ਜੀ। ਬਹੁਤ ਬਹੁਤ ਜੀ ਧੰਨਵਾਦ ਜੀ ਭਾਜੀ। ਹਾਂਜੀ, ਅਮੋਲਕਦੀਪ ਸਿੰਘ ਜੀ, ਤੁਸੀਂ ਕਵਿਤਾਵਾਂ ਲਿਖਦੇ ਹੋ, ਬਿਲਕੁਲ ਤੁਸੀਂ ਜੀ। ਚਿੱਤਰਕਾਰੀ ਵੀ ਕਰਦੇ ਹੋ, ਤੇ ਹਾਂਜੀ ਇਹਨਾਂ ਦੀ ਜਿਹੜੀ ਸਾਂਝ ਤੁਸੀਂ ਪੈਦਾ ਕਰਕੇ ਦਰਸ਼ਕਾਂ ਤੱਕ ਲੈ ਕੇ ਆਉਂਦੇ ਹੋ, ਇਹ ਸਟਾਰਟਿੰਗ ਜਿਹੜਾ ਇਹ ਸਫ਼ਰ ਹੈ ਕਦੋਂ ਹੁੰਦਾ ਜੀ? ਭਾਜੀ, ਮੈਂ ਲਿਖਦਾ ਛੋਟੇ ਹੁੰਦਿਆਂ ਤੋਂ ਹੀ ਸੀਗਾ ਜੀ। ਤੇ ਜੀ ਮੈਨੂੰ ਆਪਣੀ ਪਹਿਲੀ ਕਵਿਤਾ ਯਾਦ ਹੈ, ਜਦ ਮੈਂ ਫਸਟ ਕਲਾਸ ਦੇ ਵਿੱਚ ਸੀ। ਛੋਟਾ ਜਿਹਾ ਬੱਚਾ ਹੁੰਦਾ ਹੈ, ਉਹਦੀ ਕੀ ਸੋਚ ਹੁੰਦੀ ਮੇਰੇ ਖਿਆਲ ਨਾਲ ਅਜੇ ਜੀ ਬਣ ਰਹੀ ਹੁੰਦੀ ਹੈ ਜੀ। ਪਰ ਜੀ ਮੈਨੂੰ ਚੇਤੇ ਆ ਵੀ ਉਦੋਂ ਇਮਤਿਹਾਨਾਂ ਦਾ ਵਕਤ ਸੀ ਤੇ ਸਾਡਾ ਪੇਪਰ ਸੀ ਅਗਲੇ ਦਿਨ। ਤੇ ਇਹ ਰੱਬ ਵੱਲੋਂ ਕੋਈ ਕਰਾਮਾਤ ਹੋਣੀ ਹੁੰਦੀ ਹੈ ਜੀ, ਵੀ ਮੈਂ ਉਸ ਪੇਪਰ ਦਾ ਮਤਲਬ ਖੌਫ ਸੀ, ਸਾਰੇ ਬੱਚਿਆਂ ਨੂੰ ਹੁੰਦਾ ਹੋਏਗਾ ਤੇ ਜੀ ਮੈਨੂੰ ਵੀ ਸੀ। ਤੇ ਮੇਰੇ ਕਾਗਜ਼ ਪੈਨ ਮੈਂ ਰੱਖਿਆ ਹੋਇਆ ਸੀ ਨੋਟਸ ਬਣਾਉਣ ਨੂੰ, ਪਰ ਪਤਾ ਨਹੀਂ ਕਿੱਥੋਂ ਮੈਂ ਪੜ੍ਹਾਈ ਲਿਖ ਦਿੱਤਾ ਜੀ ਉਸ ਕਾਗਜ਼ ਦੇ ਉੱਤੇ। ਤੇ ਜੀ ਪੜ੍ਹਾਈ ਤੋਂ ਅੱਗੇ 4 ਲਾਈਨਾਂ ਮੇਰੇ ਜ਼ਿਹਨ ਚ ਆਈਆਂ, ਜਿਹੜੀਆਂ ਮੈਂ ਉਹਦੇ ਤੇ ਉਤਾਰਤੀਆਂ ਤੇ ਤੁਹਾਡੇ ਨਾਲ ਸਾਂਝੀਆਂ ਵੀ ਕਰਦਾ। ਇੱਕ ਬੱਚੇ ਦੀ ਸੋਚ ਆ ਵੀ ਉਦੋਂ ਮੈਂ ਕਿੱਦਾਂ ਸ਼ੁਰੂ ਕੀਤਾ ਜੀ ਕੰਮ। ਉਹ ਜੀ 4 ਲਾਈਨਾਂ ਇਦਾਂ ਸੀ ਵੀ ਪੜ੍ਹਾਈ 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 ਇਹਨੇ ਕੀਤਾ ਬੱਚਿਆਂ ਨੂੰ ਸਦਾਈ, ਬੱਚੇ ਚਾਹੁੰਦੇ ਨੇ ਛੁੱਟੀਆਂ ਪਰ ਪੜ੍ਹਾਈ ਪਿੱਛੇ ਮੈਡਮ ਕੋਲੋਂ ਖਾਣੀਆਂ ਪੈਂਦੀਆਂ ਨੇ ਜੁੱਤੀਆਂ। ਮਤਲਬ ਵਾਹ ਏਦਾਂ ਕਰਕੇ ਉੱਥੋਂ ਇੱਕ ਸਫ਼ਰ ਸ਼ੁਰੂ ਹੋਇਆ ਤੇ ਉਹ ਹਾਲੇ ਤੱਕ ਮੇਰੇ ਖਿਆਲ ਨਾਲ 25-30 ਸਾਲ ਗੁਜ਼ਰ ਗਏ ਆ ਜੀ, ਤੇ ਉਹ ਕਦੀ ਰੁਕਿਆ ਨਹੀਂ। ਉਹਦੇ ਨਾਲ ਚਿੱਤਰਕਾਰੀ ਜੁੜ ਗਈ ਜੀ, ਜੀ ਉਹਦੇ ਨਾਲ ਭੰਗੜਾ ਜੁੜ ਗਿਆ ਜੀ। ਤੇ ਮਤਲਬ ਰੱਬ ਦੀ ਬੜੀ ਮਿਹਰ ਆ ਵੀ ਬਹੁਤ ਸ਼ੌਂਕ ਦਿੱਤੇ ਹੋਏ ਨੇ, ਤੇ ਮੈਂ ਕੋਸ਼ਿਸ਼ ਕੀਤੀ ਆ ਵੀ ਸਾਰੇ ਸ਼ੌਂਕ ਨਾਲ ਨਾਲ ਚਲਾਏ ਜਾਣ, ਇੱਕ ਤਰਫ ਨਾ ਹੋਇਆ ਜਾਵੇ। ਤੇ ਉਸ ਵੇਲੇ ਤੁਹਾਡੀ ਕਿੰਨੀ ਕੁ ਉਮਰ ਸੀ, ਕਿਹੜੀ ਕਲਾਸ ਵਿੱਚ ਪੜ੍ਹਦੇ ਜਦੋਂ ਤੁਸੀਂ ਇਹ ਕਵਿਤਾ ਲਿਖੀ? ਉਦੋਂ ਭਾਜੀ ਮੈਂ ਛੋਟਾ ਜਿਹਾ, ਮੇਰੇ ਖਿਆਲ ਨਾਲ ਫਸਟ ਕਲਾਸ ਦੇ ਵਿੱਚ ਹੀ ਸੀਗਾ ਜੀ। ਬੱਲੇ। ਤੇ ਉੱਥੋਂ ਸ਼ੁਰੂ ਕੀਤਾ ਸਫ਼ਰ। ਫਿਰ ਕਾਰਗਿਲ ਦੀ ਲੜਾਈ, ਉਦੋਂ ਕਾਰਗਿਲ ਦੀ ਲੜਾਈ ਹੋਈ ਸੀ, ਮੈਨੂੰ ਉਹ ਵੀ ਯਾਦ ਹੈ ਜੀ। ਮੇਰੇ ਜੀ ਖਿਆਲ ਨਾਲ ਕਵਿਤਾਵਾਂ ਜਿਹੜੇ ਜਿਹੜੇ ਵਕਤ ਤੇ ਆਪਾਂ ਲਿਖਦੇ ਰਹਿੰਦੇ ਆ ਨਾ, ਉਹਨਾਂ ਨਾਲ ਜੋ ਘਟਨਾਵਾਂ ਹੁੰਦੀਆਂ ਨੇ ਉਹ ਜੁੜਦੀਆਂ ਰਹਿੰਦੀਆਂ ਨੇ, ਉਹ ਸਾਨੂੰ ਯਾਦ ਰਹਿੰਦੀਆਂ ਨੇ। ਤੇ ਮੈਨੂੰ ਜੀ ਯਾਦ ਆ ਉਹ ਕਾਰਗਿਲ ਦੀ ਲੜਾਈ ਮੈਂ ਫਿਰ ਕਲਾਸ ਦੇ ਵਿੱਚ ਬੋਲੀ ਸੀ, ਬੜੀਆਂ ਤਾਲੀਆਂ ਵੱਜੀਆਂ, ਉੱਥੋਂ ਮੈਨੂੰ ਹੌਸਲਾ ਮਿਲਿਆ ਵੀ ਜੀ ਸ਼ਾਇਦ ਇਹ ਲਿਖਣਾ ਹੈ ਜੋ, ਇਹ ਇੱਕ ਵਧੀਆ ਚੀਜ਼ ਹੈ। ਤੇ ਉਸ ਜੀ ਤੋਂ ਬਾਅਦ ਫਿਰ ਐਸਾ ਸਫ਼ਰ ਸ਼ੁਰੂ ਹੋਇਆ ਵੀ ਹੁਣ ਤੁਹਾਡੇ ਮੂਹਰੇ ਬੈਠੇ ਹੋਏ ਆ ਜੀ, ਇਸੇ ਸਫ਼ਰ ਦੀ ਬਦੌਲਤ। ਆਮ ਕਰਕੇ ਨਾ ਜਿਹੜੇ ਵੀ ਕਲਾਕਾਰ ਜਾਂ ਕੋਈ ਲਿਖਣ ਵਾਲੇ ਮੇਰੇ ਵੀਰ, ਮਾਵਾਂ ਭੈਣਾਂ, ਧੀਆਂ ਭੈਣਾਂ, ਸਮਾਜਿਕ ਵਰਤਾਰੇ ਦੇ ਉੱਤੇ ਜ਼ਿਆਦਾ ਲਿਖਦੇ ਆ। ਉਹਨਾਂ ਨੂੰ ਲੋਕੀ ਬਹੁਤਾ ਲਾਈਕ ਨਹੀਂ ਕਰਦੇ, ਕਹਿੰਦੇ ਵੀ ਇਹ ਬਹੁਤ ਪਿੱਛੇ ਵਾਲੀਆਂ ਗੱਲਾਂ ਨੇ, ਹਨਾ। ਤੇ ਆਮ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਗੱਲ ਇਹ ਵੀ ਬਹੁਤ ਆਉਂਦੀ ਹੈ ਵੀ ਲੋਕੀ ਵਾਰ-ਵਾਰ ਕਹਿੰਦੇ ਕਿ ਸੋਸ਼ਲ ਮੀਡੀਆ ਦੇ ਉੱਤੇ ਨਕਾਰਾਤਮਕ ਨੈਗੇਟਿਵਿਟੀ ਬਹੁਤ ਜ਼ਿਆਦਾ ਫੈਲਦੀ ਆ। ਤੁਸੀਂ ਇਸ ਨੂੰ ਕਿਵੇਂ ਲੈਂਦੇ? ਵੀ ਤੁਹਾਨੂੰ ਵੀ ਕਦੇ ਕਿਸੇ ਨੇ ਕਿਹਾ ਵੀ ਤੁਸੀਂ ਕਿਹੜੇ ਪਾਸੇ ਲੱਗੇ ਹੋ ਅਟਵਾਲ ਸਾਹਿਬ, ਵੀ ਕੋਈ ਅੱਜ ਕੱਲ ਦੇ ਮਾਹੌਲ ਦੇ ਉੱਤੇ ਗੱਲ ਕਰੋ ਨਾ, ਜਿਹੜੇ ਕਿ ਮੁੰਡੇ ਖੁੰਡਿਆਂ ਵਾਲੀ ਗੱਲਬਾਤ ਕਰੋ? ਹਾਂਜੀ ਹਾਂਜੀ, ਬਿਲਕੁਲ ਜੀ। ਇਹਦੇ ਪਿੱਛੇ ਇੱਕ ਹੈ ਘਟਨਾ ਮੇਰੇ ਨਾਲ ਵੀ ਵਾਪਰੀ ਹੋਈ, ਤੇ ਮੇਰੇ ਖਿਆਲ ਨਾਲ ਉਹ ਤੁਹਾਡੇ ਮੈਂ ਦੱਸਦਾ ਵੀ ਕਿੱਥੋਂ ਸ਼ੁਰੂ ਹੋਇਆ ਜੀ ਇਹ। ਜੀ ਪਹਿਲੋਂ ਤੇ ਮੇਰੇ ਦੋਸਤ ਹੈ ਜੀ ਇੱਥੇ ਕੈਨੇਡਾ ਦੇ ਵਿੱਚ, ਅਸੀਂ ਇਕੱਠੇ ਪੜ੍ਹੇ ਕਾਲਜ ਦੇ ਵਿੱਚ, ਇੱਥੇ ਇਕੱਠੇ ਹੋਏ ਇੱਕ ਦਿਨ। ਤੇ ਉਹਨਾਂ ਨੂੰ ਪਤਾ ਸੀ ਮੈਂ ਲਿਖਦਾ, ਪਰ ਮੈਂ ਆਪਣੀਆਂ ਕਵਿਤਾਵਾਂ ਇਹ ਸਾਂਝੀਆਂ ਨਹੀਂ ਕੀਤੀਆਂ ਕਦੀ ਜ਼ਿਆਦਾ ਕਿਸੇ ਨਾਲ, ਕਿਉਂਕਿ ਮੇਰਾ ਲਿਖਣ ਦਾ ਸਟਾਈਲ ਹੈ ਉਹ ਸਾਰਾ ਸੱਭਿਆਚਾਰਕ ਧੀਆਂ ਭੈਣਾਂ ਜਾਂ ਰਿਸ਼ਤਿਆਂ ਦੇ ਉੱਤੇ ਜ਼ਿਆਦਾ ਡਿਪੈਂਡ ਕਰਦਾ ਹੈ ਜੀ। ਤੇ ਜੀ ਅੱਜ ਕੱਲ ਦੇ ਲੋਕ ਮੇਰੇ ਖਿਆਲ ਨਾਲ ਗਾਣੇ ਬੰਦੂਕਾਂ ਰਫਲਾਂ ਤੇ ਜ਼ਿਆਦਾ ਸੁਣਨੀਆਂ ਪਸੰਦ ਕਰਦੇ, ਮੈਨੂੰ ਉਹ ਸ਼ੌਂਕ ਨਹੀਂ। ਪਰ ਜੀ ਫਿਰ ਵੀ ਮੈਂ ਇੱਕ ਦਿਨ ਕੋਸ਼ਿਸ਼ ਕੀਤੀ ਵੀ ਆਪਣੇ ਦੋਸਤਾਂ ਨੂੰ ਕੁਝ ਸੁਣਾਇਆ ਜਾਵੇ ਜੀ, ਆਪਣੀਆਂ ਦਿਲ ਦੀਆਂ ਗੱਲਾਂ। ਤੇ ਜੀ ਤੁਸੀਂ ਹੈਰਾਨ ਹੋਵੋਗੇ, ਮੈਂ ਜਦੋਂ ਉਹਨਾਂ ਨੂੰ ਧੀਆਂ ਭੈਣਾਂ ਤੇ ਕਵਿਤਾਵਾਂ ਸੁਣਾਈਆਂ ਤੇ ਉਹ ਹੱਸਣ ਲੱਗ ਪਏ ਜੀ। ਜੀ ਤੇ ਉਹ ਕਹਿੰਦੇ ਦੇਖ ਮੇਰੀ ਗੱਲ ਸੁਣ, ਵੀ ਇਹ ਜ਼ਮਾਨਾ ਕਿੱਥੇ ਦਾ ਕਿੱਥੇ ਪਹੁੰਚ ਗਿਆ, ਤੇ ਤੂੰ ਇਹ ਕਿਹੜੀਆਂ ਧੀਆਂ ਭੈਣਾਂ ਵਾਲੀਆਂ ਕਵਿਤਾਵਾਂ ਕਹਾਣੀਆਂ ਚੱਕੀ ਫਿਰਦਾ। ਤੇ ਜੀ ਮਤਲਬ ਉਸ ਦਿਲ ਨੇ, ਉਸ ਘਟਨਾ ਨੇ ਮੇਰੇ ਦਿਲ ਤੇ ਇੱਕ ਡੂੰਘੀ ਸੱਟ ਜਿਹੀ ਮਾਰੀ ਜੀ। ਤੇ ਜੀ ਮੈਂ ਉਸ ਨੂੰ ਇੱਕ ਚੈਲੰਜ ਦੀ ਤਰ੍ਹਾਂ ਅਸੈਪਟ ਕੀਤਾ, ਤੇ ਮੈਂ ਉੱਥੋਂ ਹੀ ਸਹੁੰ ਖਾ ਲਈ ਸੀ ਵੀ ਇਹ ਚੀਜ਼ਾਂ ਮੈਂ ਲਿਖਣੀਆਂ ਤੇ ਛੱਡਣੀਆਂ ਨਹੀਂ। ਹੁਣ ਸਗੋਂ ਮੈਂ ਹੋਰ ਜ਼ਿਆਦਾ ਲਿਖਾਂਗਾ। ਤੇ ਮੈਂ ਅੱਜ ਤੱਕ ਸੋਸ਼ਲ ਮੀਡੀਆ ਤੇ ਨਹੀਂ ਆਇਆ ਸੀ, ਮੈਂ ਇਹ ਵੀ ਫਿਰ ਪ੍ਰਣ ਲੈ ਰਿਹਾ ਵੀ ਮੈਂ ਸੋਸ਼ਲ ਮੀਡੀਆ ਤੇ ਵੀ ਆਵਾਂਗਾ, ਇਹ ਚੀਜ਼ਾਂ ਲੋਕਾਂ ਤੱਕ ਲੈ ਕੇ ਵੀ ਜਾਵਾਂਗਾ, ਤੇ ਇਹ ਸਾਰਿਆਂ ਨੂੰ ਇੱਕ ਵਾਰੀ ਅੱਖਾਂ ਖੋਲ ਦੇਵਾਂਗਾ ਕਿ ਲੋਕੀ ਅੱਜ ਵੀ ਚੰਗਾ ਸੁਣਨਾ ਪਸੰਦ ਕਰਦੇ ਨੇ, ਚੰਗਾ ਦੇਖਣਾ ਪਸੰਦ ਕਰਦੇ ਨੇ। ਤੇ ਉਹ ਲੋਕਾਂ ਨੇ ਮੇਰੇ ਖਿਆਲ ਨਾਲ ਜੋ ਘਰ ਦੀਆਂ ਘਟਨਾਵਾਂ ਨੇ ਉਹਨਾਂ ਤੇ ਕਹਾਣੀਆਂ ਲਿਖੀਆਂ, ਜੋ ਕਵਿਤਾਵਾਂ ਜੋ ਆਪਣੇ ਰੋਜ਼ਮर्रा ਜ਼ਿੰਦਗੀ ਦੇ ਵਿੱਚ ਹੁੰਦੀਆਂ ਨੇ ਚੀਜ਼ਾਂ ਜੀ, ਤੇ ਉਹ ਲੋਕਾਂ ਨੇ ਮਤਲਬ ਅੱਖਾਂ ਤੇ ਬਿਠਾਇਆ ਮੈਨੂੰ, ਤੇ ਇੰਨਾ ਪਿਆਰ ਦਿੱਤਾ ਵੀ ਮੈਂ, ਮੇਰੇ ਖਿਆਲ ਨਾਲ ਹੁਣ ਸਾਰਿਆਂ ਨੂੰ ਜਵਾਬ ਮਿਲ ਗਿਆ ਹੋਵੇਗਾ ਉਹਨਾਂ ਨੂੰ ਵੀ ਨਹੀਂ, ਲੋਕੀ ਚੰਗਾ ਸੁਣਦੇ ਨੇ, ਦੇਖਦੇ ਨੇ। ਤੇ ਤੁਸੀਂ ਕਿਸਾਨੀ ਦੇ ਉੱਤੇ ਵੀ ਲਿਖਿਆ ਹੈਗਾ, ਹਾਂਜੀ ਸਾਡੇ ਹਾਂਜੀ ਦਰਸ਼ਕਾਂ ਦੇ ਅੱਗੇ ਦੱਸੋਗੇ ਤੁਸੀਂ ਕਿਸਾਨੀ ਦੇ ਉੱਤੇ ਕਿਸ ਤਰ੍ਹਾਂ ਜਿਹੜਾ ਹੈ, ਕੀ ਜਿਹੜੇ ਤੁਹਾਡੇ ਜਜ਼ਬਾਤ ਨੇ ਕਿਸ ਤਰ੍ਹਾਂ ਹਾਂਜੀ, ਪੇਸ਼ ਕੀਤੇ ਹੈ? ਬਿਲਕੁਲ ਜੀ, ਕਿਉਂਕਿ ਅਸੀਂ ਵੀ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਰੱਖਦੇ ਹਾਂ। ਮੇਰੇ ਫਾਦਰ ਸਾਹਿਬ ਡਾਕਟਰ ਸੀਗੇ ਜੀ, ਪਰ ਨਾਲ ਖੇਤੀ ਵੀ ਕਰਦੇ ਸੀਗੇ, ਤੇ ਜੀ ਮੇਰੇ ਦਾਦਾ ਜੀ ਵੀ ਖੇਤੀ ਕਰਦੇ ਸੀ, ਤੇ ਸਾਰੇ ਇਸ ਕਰਕੇ ਖੂਨ ਉਹੋ ਹੀ ਹੁੰਦਾ ਹੈ ਜੀ। ਤੇ ਜਦੋਂ ਫਿਰ ਉਹ ਇੱਕ ਕਵੀ ਦਾ ਖੂਨ ਹੋਵੇ ਤਾਂ ਮੇਰੇ ਖਿਆਲ ਨਾਲ ਉਹ ਫਿਰ ਜਦੋਂ ਚੀਜ਼ ਨਿਕਲਦੀ ਕਾਗਜ਼ ਦੇ ਉੱਤੇ, ਤੇ ਫਿਰ ਉਹ ਇੱਕ ਉਹ ਵੱਖਰੀ ਅਸਰ ਪਾਉਂਦੀ ਵਧੀਆ ਹੈ। ਅਸਰ ਪਾਉਂਦੀ ਹੈ ਜੀ। ਹਾਂਜੀ, ਜੀ ਮਤਲਬ ਕਿਸਾਨੀ ਤੇ ਬਹੁਤ ਲਿਖੀਆਂ, ਪਰ ਮੈਂ ਇੱਕ ਤੁਹਾਡੇ ਨਾਲ ਸਾਂਝੀ ਕਰਦਾ ਛੋਟੀ ਜਿਹੀ ਚੀਜ਼ ਜੀ, ਜ਼ਰੂਰ। ਵੀ ਉਹ ਹੈ ਵੀ ਇਹ ਕਿਹੋ ਜਿਹਾ ਏ ਸਿੱਖ ਤੇਰਾ
ਇਹ ਕਿਹੋ ਜਿਹਾ ਏ ਸਿੱਖ ਤੇਰਾ, ਨਾ ਭੁੱਖ ਦੇਖੇ ਨਾ ਪਿਆਸ ਦੇਖੇ, ਇਹ ਮਰਨਾ ਕਰੇ ਕਬੂਲ ਪਹਿਲੇ, ਜੀਵਨ ਦੀ ਬਾਝੋਂ ਆਸ ਦੇਖੇ। ਜਦੋਂ ਪਾਣੀ ਦੀਆਂ ਬੁਛਾਰਾਂ ਅੱਗੇ ਹਿੱਕ ਤਾਣ ਕੇ ਖੜ ਗਏ ਉਹ, ਮੈਂ ਅੰਮ੍ਰਿਤ ਬਣਦੇ ਖੂਨ ਦੇਖੇ, ਮੈਂ ਲੋਹਾ ਬਣਦੇ ਮਾਸ ਦੇਖੇ। ਛੱਡ ਕੇ ਜੈਕਾਰੇ ਲਾਲ ਕਿਲੇ ਦੀਆਂ ਇੱਟਾਂ ਕੰਬਣ ਲਾ ਦਿੱਤੀਆਂ, ਦਿੱਲੀ ਦੀ ਹਿੱਕ ਤੇ ਸਿੰਘ ਗੱਜ ਕੇ ਦੁਹਰਾਉਂਦੇ ਮੁੜ ਇਤਿਹਾਸ ਦੇਖੇ। ਹੈਰਾਨ ਬੜੀ ਜੋ ਹੋਈ ਸੀ ਜਦ ਬੋਲਿਆ ਕਿਸਾਨ ਅੰਗਰੇਜ਼ੀ ਵਿੱਚ, ਉਹਨੂੰ ਕਹਿਣਾ ਆਣ ਵਿਦੇਸ਼ਾਂ ਵਿੱਚ, ਪੇਂਡੂ ਰੁਤਬੇ ਲੈਂਦੇ ਖਾਸ ਦੇਖੇ। ਬਰਛੇ ਦੀ ਨੋਕ ਤੇ ਟੰਗਿਆ ਜੋ ਮੈਂ ਦੇਖ ਰਿਹਾ ਦਿਲ ਦਿੱਲੀ ਦਾ, ਨਿਰਭਉ ਬੇਖੌਫ ਨਿਹੰਗ ਦੇਖੇ, ਅਣਥੱਕ ਤੇ ਅਮਰ ਸਵਾਸ ਦੇਖੇ। ਉਹਨੂੰ ਹੱਥ ਜੋੜ ਕੇ ਬੇਨਤੀ ਹੈ ਜੋ ਕਹੇ ਅਸੀਂ ਅੱਤਵਾਦੀ ਹਾਂ, ਰਹਿ ਰਾਸ ਤੋਂ ਬਾਅਦ ਸਰਬੱਤ ਲਈ ਜੋ ਸਾਡੀ ਕੌਮ ਦੀ ਇੱਕ ਅਰਦਾਸ ਦੇਖੇ। ਇਹ ਕਿਹੋ ਜਿਹਾ ਏ ਸਿੱਖ ਤੇਰਾ, ਨਾ ਭੁੱਖ ਦੇਖੇ ਨਾ ਪਿਆਸ ਦੇਖੇ, ਇਹ ਮਰਨਾ ਕਰੇ ਕਬੂਲ ਪਹਿਲੇ, ਜੀਵਨ ਦੀ ਬਾਝੋਂ ਆਸ ਦੇਖੇ। ਬਹੁਤ ਖੂਬਸੂਰਤ। ਤੁਸੀਂ ਬੜੇ, ਤੁਹਾਡੇ ਜਿਹੜੇ ਸ਼ਬਦ ਨੇ ਬੜੇ ਚੁਣਿੰਦਾ ਹੁੰਦੇ ਆ ਵੀ ਜਿਵੇਂ ਤੁਸੀਂ ਪਹਿਲੇ ਕਿਹਾ ਵੀ ਤੁਸੀਂ ਦਿਲ ਚੋਂ ਲਿਖਦੇ ਹੋ ਤੇ ਦਿਲ ਤੱਕ ਜਾ ਕੇ ਅਸਰ ਕਰਦੇ ਆ। ਹਾਂਜੀ ਭਾਜੀ, ਨੈਚੁਰਲੀ ਆ ਵੀ ਕਿਸੇ ਨਾ ਕਿਸੇ ਸ਼ਖਸੀਅਤ ਦਾ ਅਸਰ ਹੁੰਦਾ ਹੈ। ਤੁਹਾਡੇ ਪਰਿਵਾਰ ਵਿੱਚੋਂ ਤੁਸੀਂ ਕਿਸ ਦਾ ਅਸਰ ਮੰਨਦੇ ਹੋ ਵੀ ਮੇਰੇ ਉੱਤੇ, ਜਿਵੇਂ ਤੁਸੀਂ ਸਮਾਜਿਕ ਵਰਤਾਰੇ ਦੇ ਉੱਤੇ, ਸਮਾਜਿਕ ਰਿਸ਼ਤਿਆਂ ਦੇ ਉੱਤੇ ਚੋਟ ਕਰਦੇ ਹੋ, ਤੁਸੀਂ ਕਿਹਦਾ ਅਸਰ ਮੰਨਦੇ ਹੋ ਜੀ? ਇਹਦੇ ਤਾਂ ਜਵਾਬ ਦੇ ਵਿੱਚ ਭਾਜੀ ਮੈਂ ਥੋੜਾ ਜਿਹਾ ਪਿਛੋਕੜ ਦੇ ਵਿੱਚ ਜਾਂਦਾ ਵੀ ਜਦੋਂ ਮੈਂ ਛੋਟਾ ਸੀ, ਥੋੜਾ 7th 8th ਕਲਾਸ, ਉਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਜੀ। ਤੇ ਉਸ ਤੋਂ ਬਾਅਦ ਉਹਨਾਂ ਦੇ ਗਮ ਦੇ ਵਿੱਚ ਮੇਰੇ ਗ੍ਰੈਂਡਫਾਦਰ ਸਾਹਿਬ ਦੀ ਵੀ ਡੈਥ ਹੋ ਗਈ ਜੀ। ਤੇ ਫਿਰ ਮਤਲਬ ਘਰ ਦੇ ਵਿੱਚ ਮਾਹੌਲ ਮਿਲਿਆ, ਮੇਰੇ ਆਲੇ ਦੁਆਲੇ ਮੇਰੀ ਮਾਂ ਸੀ, 2 ਭੈਣਾਂ ਸੀ, ਇੱਕ ਵੱਡੀ ਇੱਕ ਛੋਟੀ, ਇੱਕ ਮੇਰੇ ਦਾਦੀ ਮਾਂ ਸੀ। ਮਤਲਬ ਮੈਂ ਉਹਨਾਂ ਦੇ ਵਿੱਚ ਹੀ ਘਿਰਿਆ ਰਿਹਾ, ਬੀਇੰਗ ਦਾ ਓਨਲੀ ਮੈਂ ਹੀ ਮੇਲ ਮੈਂਬਰ ਸੀਗਾ ਘਰ ਦੇ ਵਿੱਚ। ਤੇ ਉਹਨਾਂ ਨੇ ਜਿਹੜਾ ਫਿਰ ਮੈਨੂੰ ਸਾਰਾ ਇਹ ਸਿੱਖਿਆ ਦਿੱਤੀ, ਜੋ ਵੀ ਮੈਂ ਸਿੱਖਿਆ, ਮਤਲਬ ਮੈਂ ਕ੍ਰੈਡਿਟ ਆ ਜੋ ਆਪਣੀ ਮਾਂ ਨੂੰ ਦਿੰਦਾ ਜੀ ਸਾਰਿਆਂ ਤੋਂ ਪਹਿਲੋਂ। ਤੇ ਜਿਨ੍ਹਾਂ ਨੇ ਮਤਲਬ ਇਕੱਲੇ ਹੋ ਕੇ ਵੀ ਸਾਨੂੰ ਇੰਨੇ ਜੋਗਾ ਬਣਾਇਆ, ਵੀ ਇੱਕ ਚੰਗੀ ਸੋਚ ਦਿੱਤੀ ਸਾਨੂੰ ਵੀ ਧੀਆਂ ਭੈਣਾਂ ਤੇ ਚੰਗਾ ਲਿਖੋ, ਚੰਗਾ ਬੋਲੋ। ਤੇ ਉਹੀ ਮੇਰੀਆਂ ਭੈਣਾਂ ਨੇ ਕੀਤਾ। ਤੇ ਹੁਣ ਸੁੱਖ ਨਾਲ ਰੱਬ ਨੇ ਇੱਕ ਹਮਸਫਰ ਵੀ ਬਹੁਤ ਵਧੀਆ ਦਿੱਤਾ ਜੀ। ਤੇ ਉਹ ਵੀ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜਦੇ ਨੇ ਤੇ ਕਹਿੰਦੇ ਨੇ ਵੀ ਇਹ ਚੀਜ਼ਾਂ ਲਿਖਣੀਆਂ ਨੇ, ਇਹ ਲੋਕਾਂ ਤੱਕ ਲੈ ਕੇ ਆਉਣੀਆਂ ਨੇ। ਇਸ ਤਰ੍ਹਾਂ ਬਹੁਤ ਜਾਣਿਆਂ ਦਾ ਮਤਲਬ ਰੋਲ ਲਿਆ। ਮੇਰੇ ਦੋਸਤ ਨੇ ਇੱਥੇ ਜੀ, ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਇਸ ਚੀਜ਼ਾਂ ਦੇ ਵਿੱਚ। ਤੇ ਪਰ ਜਿਹੜਾ ਮੇਨ ਕ੍ਰੈਡਿਟ ਆ ਉਹ ਮੈਂ ਆਪਣੀ ਮਾਂ ਨੂੰ ਦਿੰਦਾ ਜੀ, ਵੀ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਕੀਤਾ ਜੀ। ਨਹੀਂ, ਬਹੁਤ ਵਧੀਆ, ਬਹੁਤ ਖੂਬ ਵੀ ਤੁਸੀਂ ਆਪਣੇ ਮਾਂ ਦੇ ਵਾਸਤੇ ਇਹੋ ਜਿਹੇ ਜਿਹੜੇ ਸ਼ਬਦ ਬੋਲੇ ਹੈਗੇ ਆ ਸੋਸ਼ਲ ਮੀਡੀਆ ਦੇ ਉੱਤੇ। ਆਮ ਕਰਕੇ ਕਹਿੰਦੇ ਆ, ਪੁੱਤ ਪੜ੍ਹਾਇਆ ਸੁਧਰਦਾ ਆਪਣਾ ਹੀ ਖਾਨਦਾਨ, ਧੀ ਪੜ੍ਹਾਇਆ ਸੁਧਰਦੀ ਆਦਮ ਦੀ ਸੰਤਾਨ। ਤੇ ਧੀਆਂ ਦੇ ਉੱਤੇ ਵੀ ਤੁਸੀਂ ਕਾਫੀ ਕੁਛ ਮੈਂ ਸੁਣ ਰਿਹਾ ਸੀਗਾ ਵੀ ਜਿਵੇਂ ਕੱਲ ਹੀ ਹਜੇ ਜਿਹੜਾ ਵਿਮਨ ਡੇ ਗੁਜ਼ਰ ਕੇ ਹਟਿਆ, ਤੁਸੀਂ ਜਿਵੇਂ ਕਹਿੰਦੇ ਹੋ ਪ੍ਰੈਜੈਂਟ ਦੇ ਉੱਤੇ ਕਾਫੀ ਲਿਖਦੇ ਹੋ, ਕਿ ਇਸ ਉੱਤੇ ਵੀ ਤੁਸੀਂ ਕੁਝ ਲਿਖਿਆ ਹੈਗਾ ਜੀ? ਹਾਂਜੀ ਭਾਜੀ, ਮੈਂ ਧੀਆਂ ਭੈਣਾਂ ਦੇ ਤਾਂ ਬਹੁਤ ਜ਼ਿਆਦਾ ਲਿਖਦਾ ਜੀ। ਮਤਲਬ ਇਹ ਮੈਨੂੰ ਨੈਚੁਰਲ ਆ, ਵੀ ਪਤਾ ਨਹੀਂ ਮੈਨੂੰ ਸੋਚ ਆਉਂਦੀ ਹੈ। ਤੇ ਪੇਂਟਿੰਗਸ ਵੀ, ਸਕੈਚਿਸ ਵੀ ਮਤਲਬ ਬਹੁਤ ਬਣਾਉਂਦਾ। ਧੀਆਂ ਭੈਣਾਂ ਮਾਵਾਂ ਸਾਰੀਆਂ ਆਪਣੇ, ਫਿਰ ਉਹਨਾਂ ਨੂੰ ਜੋੜ ਦੇਈਦਾ ਜੀ ਉਸ ਕਵਿਤਾ ਦੇ ਨਾਲ। ਤੇ ਮੈਨੂੰ ਯਾਦ ਆਉਂਦੀ ਇੱਕ ਚੀਜ਼, ਮੈਨੂੰ ਨਾ ਇੱਕ ਮੈਸੇਜ ਆਇਆ ਟਿਕਟੋਕ ਦੇ ਉੱਤੇ, ਕਹਿੰਦੀ ਭਾਜੀ ਤੁਸੀਂ ਧੀਆਂ ਦੀ ਪਰਿਭਾਸ਼ਾ ਦੇ ਸਕਦੇ ਹੋ? ਵੀ ਜੇ ਤੁਹਾਨੂੰ ਪੁੱਛੀਏ ਵੀ ਡੈਫੀਨੇਸ਼ਨ ਕੀ ਹੈ ਜੀ ਧੀਆਂ ਦੀ, ਤੇ ਉਹ ਮੈਨੂੰ, ਮੈਂ ਚੁਣਿੰਦਾ ਟੌਪਿਕ ਚੁਣਦਾ ਹੁੰਦਾ, ਉਹ ਮੈਨੂੰ, ਮੈਂ ਟੌਪਿਕ ਨੂੰ ਮਤਲਬ ਚੈਲੰਜ ਲੈ ਕੇ ਚੱਲਦਾ ਹੁੰਦਾ ਵੀ ਕੀ ਮੈਂ ਇਸ ਚੀਜ਼ ਤੇ ਵਧੀਆ ਲਿਖ ਸਕਦਾ ਜੀ। ਤੇ ਉਸ ਤੋਂ ਫਿਰ ਇੱਕ ਨਾ ਜਿਹੜੀ ਮੈਂ ਇੱਕ ਪਰਿਭਾਸ਼ਾ ਦੇਣ ਦੀ ਕੋਸ਼ਿਸ਼ ਕੀਤੀ ਧੀਆਂ ਦੇ ਉੱਤੇ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਮੈਂ ਆਸ ਕਰਦਾ ਕਿ ਤੁਹਾਨੂੰ ਪਸੰਦ ਆਏਗੀ ਜੀ। ਬਿਲਕੁਲ। ਉਹ ਹੈ ਵੀ ਕੂੰਜਾਂ ਚਿੜੀਆਂ ਤੇ ਪਰਦੇਸਣ, ਕੂੰਜਾਂ ਚਿੜੀਆਂ ਤੇ ਪਰਦੇਸਣ, ਕਲੀਆਂ ਫੁੱਲ ਤੇ ਬਾਗ ਨੇ ਧੀਆਂ। ਕੁਦਰਤ ਅਰਸ਼ ਫਰਸ਼ ਤੇ ਬ੍ਰਹਿਮੰਡ, ਚਿੱਠੀ ਗ੍ਰੰਥ ਕਿਤਾਬ ਨੇ ਧੀਆਂ। ਕਿਰਨਾਂ ਕਣੀਆਂ ਤੇ ਰੁਸ਼ਨਾਈਆਂ, ਵੰਜਲੀ ਸਰੰਗੀ ਰਬਾਬ ਨੇ ਧੀਆਂ। ਆਸਾਂ ਖੁਸ਼ੀਆਂ ਡੂੰਘੀਆਂ ਰਮਜ਼ਾਂ, ਨਫਾ ਫਾਇਦਾ ਤੇ ਲਾਭ ਨੇ ਧੀਆਂ। ਪਾਕ ਪਵਿੱਤਰ ਸੱਚੀਆਂ ਰੂਹਾਂ, ਬੋਲੀ ਗੀਤ ਤੇ ਰਾਗ ਨੇ ਧੀਆਂ। ਮਿਹਨਤ ਹਿੰਮਤ ਅਤੇ ਦਲੇਰੀ, ਸਿਆਣਪ ਸਿਰੜ ਤਿਆਗ ਨੇ ਧੀਆਂ। ਪਿਆਰ ਮੁਹੱਬਤ ਵਫਾ ਆਪਣਾਪਨ, ਸੁਪਨੇ ਸੋਚ ਤੇ ਖੁਆਬ ਨੇ ਧੀਆਂ। ਮੋਤੀ ਹੀਰੇ ਸੋਨਾ ਚਾਂਦੀ, ਵਰ ਪੁੰਨ ਆਸ਼ੀਰਵਾਦ ਨੇ ਧੀਆਂ। ਗਜ਼ਲ ਨਜ਼ਮ ਤੇ ਕਵਿਤਾ ਜਈਆਂ, ਸਾਵਣ ਵਿਸਾਖ ਤੇ ਮਾਘ ਨੇ ਧੀਆਂ। ਗੈਰਤ ਇੱਜ਼ਤ ਸੀਰਤ ਅਣਖਾਂ, ਆਗਿਆ ਹੁਕਮ ਇਰਸ਼ਾਦ ਨੇ ਧੀਆਂ। ਆਰਾਮ ਚੈਨ ਤੇ ਸੁੱਖ ਜ਼ਿੰਦਗੀ ਦਾ, ਕਿਉਂ ਆਖਾਂ ਵੈਰਾਗ ਨੇ ਧੀਆਂ। ਵਾਹ, ਕੀ ਬਾਤ ਹੈ ਜੀ। ਧੰਨਵਾਦ ਜੀ ਭਾਜੀ। ਇਹ ਕੋਸ਼ਿਸ਼ ਕੀਤੀ ਸੀ ਵੀ ਲਿਖਣ ਦੀ, ਤੇ ਇਹਨੂੰ ਕਾਫੀ ਪਸੰਦ ਕੀਤਾ ਗਿਆ ਜੀ। ਜੀ ਨੈਚੁਰਲੀ ਆ ਵੀ ਜਦੋਂ ਤੁਹਾਨੂੰ ਕੋਈ ਕਹਿੰਦਾ, ਬੇਨਤੀ ਕਰਦਾ ਵੀ ਤੁਸੀਂ ਇਸ ਵਿਸ਼ੇ ਤੇ ਲਿਖੋ,
ਮੈਨੂੰ ਇਹ ਵੀ ਪਤਾ ਲੱਗਿਆ ਵੀ ਤੁਹਾਨੂੰ ਟਿਕਟੋਕ ਦੇ ਉੱਤੇ ਫੇਸਬੁੱਕ ਦੇ ਉੱਤੇ ਆਮ ਮੈਸੇਜ ਆਉਂਦੇ ਰਹਿੰਦੇ ਆ ਵੀ ਮਾਂ-ਪਿਓ ਨੂੰ ਸਮਰਪਿਤ ਜਾਂ ਭੈਣਾਂ ਨੂੰ ਸਮਰਪਿਤ, ਬੇਬੇ ਬਾਪੂ ਨੂੰ ਸਮਰਪਿਤ, ਕੋਈ ਇਹੋ ਜਿਹੀਆਂ ਕਵਿਤਾਵਾਂ ਲਿਖੋ। ਤੁਹਾਡੇ ਪਿੱਛੇ ਦੇਖ ਰਹੇ ਆ ਮੈਂ, ਇੱਕ ਪੇਂਟਿੰਗ ਵੀ ਹੈ ਸਰਦਾਰ ਸਾਹਿਬ ਜੀ ਦੀ। ਹਾਂਜੀ, ਹਾਂਜੀ। ਇਹ ਪੇਂਟਿੰਗ ਦਾ ਸਫ਼ਰ ਕਦੋਂ ਸਟਾਰਟ ਹੋਇਆ ਸੀ ਜੀ? ਪੇਂਟਿੰਗ ਦਾ ਸਫ਼ਰ ਭਾਜੀ, ਮੈਂ ਜਦੋਂ ਤੁਹਾਨੂੰ ਦੱਸਿਆ ਪੜ੍ਹਾਈ ਸ਼ੁਰੂ ਕੀਤੀ ਹੈ ਜੀ, ਲਿਖਣਾ, ਉਦੋਂ ਤੋਂ ਨਾਲ ਪੈਰਲਲ ਹੀ ਡਰਾਇੰਗ ਚੱਲੀ ਹੈ ਜੀ ਮੇਰੇ। ਤੇ ਮਤਲਬ ਇਹਦੇ ਵਿੱਚ ਘਰਦਿਆਂ ਦਾ ਵੀ ਯੋਗਦਾਨ ਸੀ ਵੀ ਕਲਰਿੰਗ ਬੁੱਕਸ ਸਾਰੇ ਮਟੀਰੀਅਲ ਲਿਆ ਕੇ ਦਿੰਦੇ ਹੁੰਦੇ ਸੀਗੇ। ਉਦੋਂ ਮੈਂ ਸ਼ੁਰੂ ਕੀਤਾ ਆਪਣਾ ਸਫ਼ਰ, ਛੋਟੀਆਂ ਚੀਜ਼ਾਂ ਬਣਾਉਣੀਆਂ। ਫਿਰ ਸਕੂਲੇ ਡਰਾਇੰਗ ਦਾ ਕੰਪੀਟੀਸ਼ਨ ਹੋਇਆ ਜੀ, ਉੱਥੇ ਮੈਂ ਜਿੱਤ ਗਿਆ। ਉੱਥੋਂ ਉਹਨਾਂ ਨੇ ਇਨਾਮ ਦੇ ਵਿੱਚ ਪੈਸੇ ਦਿੱਤੇ। ਚਲੋ ਪੈਸੇ ਦੀ ਕੀ ਸਮਝ ਹੁੰਦੀ ਬੱਚੇ ਨੂੰ ਨਾ, ਪਰ ਇੱਕ ਹੌਸਲਾ ਮਿਲ ਗਿਆ ਵੀ ਹਾਂ ਇਹ ਵੀ ਵਧੀਆ ਚੀਜ਼ ਹੈ। ਤੇ ਫਿਰ ਮੇਰੇ ਇਮੋਸ਼ਨਸ ਜਿਹੜੇ ਸੀਗੇ ਜੀ, ਉਹ ਫਿਰ ਮੈਂ ਹੁਣ ਮੇਰੇ ਖਿਆਲ ਨਾਲ ਜਿਹੜਾ ਰਾਈਟਰ ਬੰਦਾ ਹੁੰਦਾ ਹੈ ਜਾਂ ਕੋਈ ਚਿੱਤਰਕਾਰ ਹੈ ਨਾ, ਉਹ ਆਪਣੇ ਇਮੋਸ਼ਨਸ ਨੂੰ ਆਪਣੀ ਕਲਾ ਦੇ ਵਿੱਚ ਕੱਢਦਾ ਹੈ ਜੀ, ਤੇ ਉਹੀ ਕਲਾ ਫਿਰ ਅੱਗੇ ਲੋਕਾਂ ਤੱਕ ਪਹੁੰਚਦੀ ਹੈ ਜੀ। ਫਿਰ ਮੈਂ ਆਪਣੇ ਇਮੋਸ਼ਨਸ ਨੂੰ ਕਵਿਤਾ 'ਚ ਕੱਢਣਾ ਸ਼ੁਰੂ ਕੀਤਾ, ਆਪਣੇ ਇਮੋਸ਼ਨਸ ਨੂੰ ਚਿੱਤਰਕਾਰੀ 'ਚ ਕੱਢਣਾ ਸ਼ੁਰੂ ਕੀਤਾ ਜੀ। ਇਹ ਸਫ਼ਰ ਉਦੋਂ ਹੀ ਸ਼ੁਰੂ ਹੋਇਆ ਤੇ ਇਹ ਪੈਰਲਲ ਹੀ ਚੱਲਦਾ ਰਿਹਾ। ਹਾਂ, ਭੰਗੜਾ ਵਿੱਚ ਜ਼ਰੂਰ ਜੁੜ ਗਿਆ ਤੇ ਅਸੀਂ PAU ਦੀ ਟੀਮ ਦੇ ਵਿੱਚ ਵੀ ਭੰਗੜਾ ਯੂਨੀਵਰਸਿਟੀ ਨੈਸ਼ਨਲ ਲੈਵਲ ਤੱਕ ਪਾਇਆ ਹੋਇਆ ਜੀ, ਉਹ ਵੀ ਮਤਲਬ ਨਾਲ ਚੱਲਦਾ ਰਿਹਾ ਜੀ। ਇਹ ਦੋਨੋਂ ਚੀਜ਼ਾਂ ਦਾ ਆਡੀਓ ਵਿਜ਼ੂਅਲ ਜਿਹੜਾ ਹੈ, ਕਵਿਤਾਵਾਂ ਦਾ ਤੇ ਚਿੱਤਰਕਾਰੀ ਦਾ ਤੁਸੀਂ ਅੱਜ ਕੱਲ ਸੁਮੇਲ ਕੀਤਾ ਹੋਇਆ, ਇਹ ਕਦੋਂ ਦਾ ਜਿਹਨ ਚ ਹੈ ਵੀ ਇਹ ਦੋਨਾਂ ਨੂੰ ਇਕੱਠੇ ਲੈ ਕੇ ਚੱਲਿਆ ਜਾ ਸਕਦਾ? ਇਹ ਮਨ ਚ ਖਿਆਲ ਕਿਵੇਂ ਹੈ? ਬਿਲਕੁਲ ਜੀ ਭਾਜੀ, ਮੇਰੇ ਖਿਆਲ ਨਾਲ ਜਿੱਦਾਂ ਆਪਣਾ ਇੱਕ ਦਿਲ ਹੁੰਦਾ ਨਾ, ਇੱਕ ਮਨ ਹੁੰਦਾ, ਦੋਨਾਂ ਦੀ ਆਪਸ ਚ ਨਹੀਂ ਬਣਦੀ ਹੁੰਦੀ, ਆਪਣਾ ਟਕਰਾਅ ਜਿਹਾ ਹੁੰਦਾ ਰਹਿੰਦਾ ਨਾ, ਵੀ ਦਿਲ ਕਹਿੰਦਾ ਤੂੰ ਮੇਰੀ ਸੁਣ, ਮਨ ਕਹਿੰਦਾ ਤੂੰ ਮੇਰੀ ਸੁਣ। ਏਦਾਂ ਹੀ ਕੁਛ ਮੇਰੇ ਨਾਲ ਹੋਇਆ ਬਈ ਜਦੋਂ ਮੈਂ ਲਿਖਣ ਲੱਗ ਪੈਂਦਾ ਸੀਗਾ ਤੇ ਮੇਰਾ ਅੰਦਰੋਂ ਆਵਾਜ਼ ਆਉਂਦੀ ਸੀ ਵੀ ਚਿੱਤਰਕਾਰੀ ਪਿੱਛੇ ਰਹਿ ਗਈ, ਤੂੰ ਜਦ ਤੈਨੂੰ ਰੱਬ ਨੇ ਇਹ ਦਾਤ ਬਖਸ਼ੀ ਹੋਈ ਹੈ ਤੇ ਤੂੰ ਚਿੱਤਰਕਾਰੀ ਕਿੱਦਾਂ ਪਿੱਛੇ ਰਹਿ ਗਈ। ਅੱਛਾ, ਜੇ ਮੈਂ ਚਿੱਤਰਕਾਰੀ ਕਰਨ ਲੱਗ ਪੈਂਦਾ ਸੀ ਤਾਂ ਮੇਰੇ ਕਿਤੇ ਇਹ ਆਵਾਜ਼ ਆਉਂਦੀ ਸੀ ਵੀ ਤੇਰੀ ਕਵਿਤਾ ਪਿੱਛੇ ਰਹਿ ਗਈ। ਫਿਰ ਮੈਂ ਸੋਚਿਆ ਵੀ ਜੇ ਤਾਂ ਏਦਾਂ ਹੀ ਲੜਾਈਆਂ ਹੁੰਦੀਆਂ ਰਹੀਆਂ, ਇਹਦੇ ਤੇ ਵਿੱਚੋਂ ਤਾਂ ਕੁਛ ਨਹੀਂ ਨਿਕਲਣਾ, ਹਨਾ। ਤੇ ਫਿਰ ਮੈਂ ਕੀ ਕੀਤਾ ਵੀ ਹੁਣ ਦੋਨਾਂ ਨੂੰ ਖੁਸ਼ ਰੱਖਦੇ ਆ ਆਪਾਂ, ਕਵਿਤਾ ਤੇ ਚਿੱਤਰਕਾਰੀ ਦੋਨੋਂ ਹੀ ਜੋੜਦੇ ਆ, ਦੋਨਾਂ ਦਾ ਗਠਬੰਧਨ ਕਰ ਦਿੰਦੇ ਆ ਜੀ। ਮੇਰੇ ਖਿਆਲ ਨਾਲ ਇਹਦੇ ਵਿੱਚ ਹੀ ਭਲਾ ਸੀ ਵੀ, ਤੇ ਉਹ ਇੱਕ ਐਸੀ ਚੀਜ਼ ਬਣੀ ਜਿਹਨੂੰ ਮਤਲਬ ਉਹ ਆਡੀਓ ਵਿਜ਼ੂਅਲ ਜਿੱਦਾਂ ਤੁਸੀਂ ਕਹਿੰਦੇ ਹੋ ਬਈ ਉਸ ਦੇ ਜ਼ਹਿਨ ਦੇ ਵਿੱਚ ਗੱਲ ਉਤਰ ਜਾਂਦੀ, ਕਿਉਂਕਿ ਤੁਹਾਡਾ ਧਿਆਨ ਮੇਰੇ ਖਿਆਲ ਨਾਲ ਕਿਸੇ ਤੁਸੀਂ ਸੁਣਦੇ ਆ ਫਿਰ ਵੀ ਤੁਹਾਡਾ ਦਿਮਾਗ ਤੇ ਜਾ ਸਕਦਾ, ਪਰ ਜੋ ਤੁਸੀਂ ਦੇਖਦੇ ਹੋ ਚੀਜ਼, ਉਸੇ ਤਰ੍ਹਾਂ ਦੀਆਂ ਪਿਕਚਰਸ ਚੱਲਦੀਆਂ ਨੇ ਕਵਿਤਾ ਦੇ ਨਾਲ, ਕਹਾਣੀ ਦੇ ਨਾਲ, ਤੇ ਲੋਕੀ ਜ਼ਿਆਦਾ ਜੁੜਦੇ ਨੇ। ਤੇ ਉਹ ਫਿਰ ਟਿਕਟੌਕ ਤੇ ਉਸੇ ਚੀਜ਼ ਨੂੰ ਪਿਆਰ ਦਿੱਤਾ ਗਿਆ ਮੇਰੇ ਖਿਆਲ ਨਾਲ ਵੀ ਇਹ ਦੋਨੋਂ ਚੀਜ਼ਾਂ ਇਕੱਠੀਆਂ ਚਲਾ ਰਿਹਾ ਬੰਦਾ ਕੋਈ ਜੀ। ਤੇ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਪ੍ਰਦੇਸ਼ਾਂ ਵਿੱਚ ਵਿਚਰਦੇ ਹੋ, ਜਿਹੜਾ ਪ੍ਰਦੇਸ਼ਾਂ ਦੀ ਲਾਈਫ ਹੈ ਉਸ ਨੂੰ ਤੁਸੀਂ ਬੜੀ ਬਾਖੂਬੀ ਨਾਲ ਦੇਖਦੇ ਹੋ, ਤੇ ਨੈਚੁਰਲੀ ਤੁਸੀਂ ਬਿਆਨ ਵੀ ਕੀਤਾ ਹੋਣਾ, ਜਿਵੇਂ ਤੁਸੀਂ ਮੈਨੂੰ ਦੱਸਿਆ ਸੀ ਵੀ ਜਿਹੜੇ ਪ੍ਰਦੇਸ਼ਾਂ ਦੀ ਲਾਈਫ, ਖਾਸ ਕਰਕੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਆ, ਉਹਨਾਂ ਦੀ ਬਾਬਤ ਵੀ ਤੁਸੀਂ ਕੁਛ ਇਸ ਤਰ੍ਹਾਂ ਦਾ ਲਿਖਿਆ ਜੀ? ਹਾਂਜੀ ਭਾਜੀ, ਇੰਟਰਨੈਸ਼ਨਲ ਸਟੂਡੈਂਟਸ ਦੀਆਂ ਮੈਨੂੰ ਬਹੁਤ ਕਾਲਸ ਆਈਆਂ, ਵੀ ਮੈਸੇਜ ਆਏ ਵੀ ਭਾਜੀ ਸਾਡੇ ਤੇ ਵੀ ਲਿਖੋ। ਫਿਰ ਮੈਂ ਇੰਟਰਨੈਸ਼ਨਲ ਮੁੰਡਿਆਂ ਤੇ ਵੱਖਰਾ ਲਿਖਿਆ, ਕੁੜੀਆਂ ਤੇ ਵੱਖਰਾ ਲਿਖਿਆ, ਤੇ ਪਰਦੇਸੀਆਂ ਦੇ ਉੱਤੇ ਵੱਖਰੇ ਲਿਖੇ। ਇਹਨਾਂ ਤੇ ਤਾਂ ਬਹੁਤ ਕੁਝ ਲਿਖਿਆ ਪਿਆ ਜੀ। ਪਰ ਮੈਂ ਤੁਹਾਡੇ ਨਾਲ ਜੇ ਇੱਕ ਸਾਂਝੀ ਕਰਨ ਨੂੰ ਕਹੂੰਗੇ ਤਾਂ ਮੈਂ ਆਪਣੀ ਪਹਿਲੀ ਕਰਨਾ ਚਾਹੂੰਗਾ, ਜਿਹੜੀ ਮੈਂ ਜਦੋਂ ਸਰੀ ਦੀ ਧਰਤੀ ਤੇ ਉਤਰਿਆ, BC ਗਿਆ ਸੀ ਪਹਿਲੋਂ, ਤੇ ਮੈਨੂੰ ਯਾਦ ਆ ਉਦੋਂ ਮੈਂ ਕੰਮ ਦੇ ਵਿੱਚੋਂ ਮੈਨੂੰ 3 ਘੰਟੇ ਮਿਲੇ ਕਿਤੇ ਜਾਣ ਨੂੰ, ਤੇ ਮੈਂ ਉੱਥੇ ਬੀਅਰ ਕ੍ਰੀਕ ਪਾਰਕ 'ਚ ਬੈਠਾ ਤੇ ਕਾਗਜ਼ ਪੈਨ ਲੈ ਗਿਆ, ਮੈਂ ਕਿਹਾ ਵੀ ਸ਼ੁਰੂ ਕਰੀਏ ਸਫ਼ਰ ਥੋੜਾ ਜਿਹਾ ਇੱਥੇ ਵੀ ਨਾ। ਫਿਰ ਮੈਂ ਇੱਕ ਉਹ ਕੰਟਰਾਸਟ ਬਣਾਇਆ ਵੀ ਇੱਕ ਪੰਜਾਬ ਦੀ ਲਾਈਫ ਤੇ ਇੱਕ ਜਿਹੜੀ ਪ੍ਰਦੇਸਾਂ ਦੀ ਲਾਈਫ ਆ, ਉਹ ਮੈਨੂੰ ਕੀ ਫਰਕ ਲੱਗਿਆ, ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ। ਬਿਲਕੁਲ ਜੀ, ਬਹੁਤ ਧੰਨਵਾਦ ਭਾਜੀ। ਉਹ ਸੀਗਾ ਵੀ ਬੀਜ ਜਿੱਥੇ ਉੱਗ ਪੈਂਦਾ, ਬੀਜ ਜਿੱਥੇ ਉੱਗ ਪੈਂਦਾ ਉੱਥੇ ਹੀ ਰੁੱਖ ਬਣ ਜਾਵੇ, ਉਹਦਾ ਉੱਥੇ ਹੀ ਟਿਕਾਣਾ ਘਰ-ਬਾਰ ਹੁੰਦਾ ਹੈ। ਬੀਜ ਜਿੱਥੇ ਉੱਗ ਪੈਂਦਾ ਉੱਥੇ ਹੀ ਰੁੱਖ ਬਣ ਜਾਵੇ, ਉਹਦਾ ਉੱਥੇ ਹੀ ਟਿਕਾਣਾ ਘਰ-ਬਾਰ ਹੁੰਦਾ ਹੈ। ਕੋਹਾਂ ਦੂਰ ਜਾਣਾ ਪਵੇ, ਪੈਂਦੀ ਮਾਰਨੀ ਉਡਾਰੀ, ਚੋਗਾ ਜਿੱਥੇ ਕਿਸੇ ਪੰਛੀ ਦਾ ਖਿਲਾਰ ਹੁੰਦਾ ਹੈ। ਬਈ ਕੋਈ ਪੈਸਾ ਪੀਵੇ, ਕੋਈ ਪੈਸਾ ਖਾਵੇ, ਕੋਈ ਪੈਸਾ ਜੋੜੇ, ਕੋਈ ਪੈਸੇ ਨੂੰ ਦਿਖਾਵੇ, ਛੱਡ ਪੈਸਿਆਂ ਨੂੰ ਆਜਾ ਦੁੱਖ ਸੁੱਖ ਫੋਲ ਲਈਏ, ਇਸ ਦਿਲ ਦਾ ਤਾਂ ਏਦਾਂ ਹੀ ਹੌਲਾ ਭਾਰ ਹੁੰਦਾ ਏ, ਕੋਹਾਂ ਦੂਰ ਜਾਣਾ ਪਵੇ, ਪੈਂਦੀ ਮਾਰਨੀ ਉਡਾਰੀ, ਚੋਗਾ ਜਿੱਥੇ ਕਿਸੇ ਪੰਛੀ ਦਾ ਖਿਲਾਰ ਹੁੰਦਾ ਏ। ਕੁਝ ਲੱਭਿਆ ਨਾ ਮੈਨੂੰ ਪਰ ਜ਼ਰੂਰ ਏ ਗਵਾਇਆ, ਇਹਨਾਂ ਕਾਲੀਆਂ 'ਚ ਕਦੀ ਸੁੱਖ ਚੈਨ ਨਹੀਂ ਉਹ ਪਾਇਆ, ਇੱਥੇ ਕੋਈ ਨਹੀਂ ਉਹ ਮਾਮਾ, ਨਾ ਹੀ ਚਾਚਾ, ਨਾ ਹੀ ਤਾਇਆ, ਬਸ ਪੈਸੇ ਨਾਲ ਰਿਸ਼ਤਾ ਪਿਆਰ ਹੁੰਦਾ ਏ, ਕੋਹਾਂ ਦੂਰ ਜਾਣਾ ਪਵੇ, ਪੈਂਦੀ ਮਾਰਨੀ ਉਡਾਰੀ, ਚੋਗਾ ਜਿੱਥੇ ਕਿਸੇ ਪੰਛੀ ਦਾ ਖਿਲਾਰ ਹੁੰਦਾ ਏ। ਗੁਰੂ ਘਰ ਜਾ ਕੇ ਵੀ ਤਾਂ ਸੱਚਾ ਸੌਦਾ ਨਹੀਂ ਹੋਇਆ, ਗੁਰੂ ਘਰ ਜਾ ਕੇ ਵੀ ਤਾਂ ਸੱਚਾ ਸੌਦਾ ਨਹੀਂ ਹੋਇਆ, ਮੈਂ ਤੇ ਗਿਆ ਸੀ ਵੰਡਾਉਣ, ਦੁੱਖ ਅੱਧਾ ਨਹੀਂ ਹੋਇਆ, ਇੰਜ ਲੱਗਿਆ ਕਿ ਰੱਬ ਉੱਥੇ ਵਿਕਿਆ ਸੀ ਹੋਇਆ, ਜਿਵੇਂ ਜ਼ਿੰਦਗੀ ਤੋਂ ਉਹ ਵੀ ਬੇਜ਼ਾਰ ਹੁੰਦਾ ਏ, ਕੋਹਾਂ ਦੂਰ ਜਾਣਾ ਪਵੇ, ਪੈਂਦੀ ਮਾਰਨੀ ਉਡਾਰੀ, ਚੋਗਾ ਜਿੱਥੇ ਕਿਸੇ ਪੰਛੀ ਦਾ ਖਿਲਾਰ ਹੁੰਦਾ ਏ। ਦੇਸ਼ ਜਾਣ ਦਾ ਉਹ ਸੁਪਨਾ ਵੀ ਭੁਰਦਾ ਏ ਜਾਂਦਾ, ਜਦੋਂ ਬਾਰੀ ਵਿੱਚੋਂ ਦੇਖਿਆ ਉਹ ਉੱਡਦਾ ਏ ਜਾਂਦਾ, ਇਹ ਕਿਹੋ ਜਿਹਾ ਜਹਾਜ਼ ਜਿਹਦੀ ਮੈਂ ਸੀ ਸਵਾਰੀ,
ਉੱਤੋਂ ਉੱਤੋਂ ਲੰਘ ਜਾਵੇ ਨਾ ਉਤਾਰ ਹੁੰਦਾ ਏ, ਕੋਹਾਂ ਦੂਰ ਜਾਣਾ ਪਵੇ ਪੈਂਦੀ ਮਾਰਨੀ ਉਡਾਰੀ, ਚੋਗਾ ਜਿੱਥੇ ਕਿਸੇ ਪੰਛੀ ਦਾ ਖਿਲਾਰ ਹੁੰਦਾ ਏ। ਇਹਨਾਂ ਲੱਕੜਾਂ ਦੇ ਘਰਾਂ ਵਿੱਚ ਪੱਥਰਾਂ ਦੇ ਸ਼ੀਸ਼ੇ ਹੋ ਗਏ ਧੁੰਦਲੇ ਤੇ ਮੈਲੇ, ਮੇਰੇ ਅੱਖਰਾਂ ਦੇ ਸ਼ੀਸ਼ੇ ਲੱਗ ਡਾਲਰਾਂ ਦੇ ਪਿੱਛੇ, ਸ਼ੌਂਕ ਆਪਣੇ ਨਾ ਮਾਰੀ, ਇਹਨਾਂ ਸ਼ੌਂਕਾਂ ਨਾਲ ਹੀ ਉੱਚਾ ਕਿਰਦਾਰ ਹੁੰਦਾ ਏ। ਕੋਹਾਂ ਦੂਰ ਜਾਣਾ ਪਵੇ ਪੈਂਦੀ ਮਾਰਨੀ ਉਡਾਰੀ, ਚੋਗਾ ਜਿੱਥੇ ਕਿਸੇ ਪੰਛੀ ਦਾ ਖਿਲਾਰ ਹੁੰਦਾ ਏ। ਵੀ ਦੇਸ਼ ਵਿੱਚ ਗੁੱਟ ਉੱਤੇ ਕਦੀ ਘੜੀ ਨਹੀਂ ਸੀ ਬੰਨੀ, ਦੇਸ਼ ਵਿੱਚ ਗੁੱਟ ਉੱਤੇ ਕਦੀ ਘੜੀ ਨਹੀਂ ਸੀ ਬੰਨੀ, ਇੱਥੇ ਸਮਿਆਂ ਦੀ ਸੁਣੀ ਅਸੀਂ ਸਮਿਆਂ ਦੀ ਮੰਨੀ, 7 ਦਿਨ ਹੁੰਦੇ ਹਫ਼ਤੇ 'ਚ ਇੱਥੇ ਪਤਾ ਲੱਗਾ, 6 ਦਿਨਾਂ ਪਿੱਛੋਂ ਇੱਕੋ ਹੀ ਐਤਵਾਰ ਹੁੰਦਾ ਏ। ਕੋਹਾਂ ਦੂਰ ਜਾਣਾ ਪਵੇ ਪੈਂਦੀ ਮਾਰਨੀ ਉਡਾਰੀ, ਚੋਗਾ ਜਿੱਥੇ ਕਿਸੇ ਪੰਛੀ ਦਾ ਖਿਲਾਰ ਹੁੰਦਾ ਏ। ਵੀ ਮਾਂ ਕਰਦੀ ਦੁਆਵਾਂ ਪੁੱਤ ਸਿਖਰਾਂ ਤੇ ਜਾਵੇ, ਮਾਂ ਕਰਦੀ ਦੁਆਵਾਂ ਪੁੱਤ ਸਿਖਰਾਂ ਤੇ ਜਾਵੇ, ਨਹੀਂ ਉਹ ਡਾਲਰ ਉਹ ਚਾਹੁੰਦੀ ਪੁੱਤ ਰੋਟੀ ਪੂਰੀ ਖਾਵੇ, ਦੇਸ਼ ਬਹਿ ਕੇ ਗਲ ਵਿੱਚੋਂ ਨਾ ਉਹ ਬੁਰਕੀ ਲੰਘਾਵੇ, ਕਦੀ ਉਹਦਾ ਪੁੱਤ ਇੱਥੇ ਜੇ ਬਿਮਾਰ ਹੁੰਦਾ ਏ। ਕੋਹਾਂ ਦੂਰ ਜਾਣਾ ਪਵੇ ਪੈਂਦੀ ਮਾਰਨੀ ਉਡਾਰੀ, ਚੋਗਾ ਜਿੱਥੇ ਕਿਸੇ ਪੰਛੀ ਦਾ ਖਿਲਾਰ ਹੁੰਦਾ ਏ। ਤੇ 2 ਆਖਰ 'ਚ ਆ ਵੀ ਬਸ ਕਰ ਅਟਵਾਲ ਰਹਿ ਗਏ ਕੁਝ ਕੁ ਮਹੀਨੇ, ਬਸ ਕਰ ਅਟਵਾਲ ਰਹਿ ਗਏ ਕੁਝ ਕੁ ਮਹੀਨੇ, ਜਦੋਂ ਦੇਸ਼ ਜਾ ਕੇ ਲੱਗੂ ਮਾਂ ਆਪਣੀ ਦੇ ਸੀਨੇ, ਇਸੇ ਆਸ ਉੱਤੇ ਕੱਟੀ ਜਾਂਦੇ ਦਿਨ ਇੱਥੇ ਕਿੰਨੇ, ਕੋਈ ਉਡੀਕ ਦਾ ਸਮੁੰਦਰਾਂ ਤੋਂ ਪਾਰ ਹੁੰਦਾ ਏ, ਵੀ ਜਿੱਥੇ ਉਗ ਪੈਂਦਾ ਉੱਥੇ ਰੁੱਖ ਬਣ ਜਾਵੇ, ਉਹਦਾ ਉੱਥੇ ਹੀ ਟਿਕਾਣਾ ਘਰ-ਬਾਰ ਹੁੰਦਾ ਏ। ਕੋਹਾਂ ਦੂਰ ਜਾਣਾ ਪਵੇ ਪੈਂਦੀ ਮਾਰਨੀ ਉਡਾਰੀ, ਚੋਗਾ ਜਿੱਥੇ ਕਿਸੇ ਪੰਛੀ ਦਾ ਖਿਲਾਰ ਹੁੰਦਾ ਏ। ਵਾਹ, ਕੀ ਬਾਤ ਹੈ ਜੀ। ਬੜੇ ਗੁਰੂ ਕਿਰਪਾ ਹੀ ਹੈ। ਆਪਾਂ ਮੰਨਦੇ ਹਾਂ ਵੀ ਦੇਖੋ ਤੁਸੀਂ ਵੀ ਇਸ ਸਮੇਂ ਦੇ ਵਿੱਚ ਪੋਜ਼ਿਟਿਵਿਟੀ ਨਾਲ ਭਰਪੂਰ। ਮੈਂ ਨਾ ਇੱਕ ਵਾਰੀ ਸਤਿੰਦਰ ਸਰਤਾਜ ਜੀ ਦੀ ਇੰਟਰਵਿਊ ਕਰ ਰਿਹਾ ਸੀਗਾ, ਠੀਕ ਹੈ, ਮੈਂ ਸਰਤਾਜ ਸਾਹਿਬ ਨੂੰ ਵੀ ਇਹ ਕੁਐਸਚਨ ਪੁੱਟ ਕੀਤਾ ਸੀਗਾ ਵੀ ਸਰਤਾਜ ਸਾਹਿਬ ਤੁਹਾਡੇ ਗੀਤਾਂ ਦੇ ਵਿੱਚ ਨਾ ਪੋਜ਼ਿਟਿਵਿਟੀ ਬਹੁਤ ਜ਼ਿਆਦਾ ਹੁੰਦੀ ਹੈ, ਤੁਸੀਂ ਕ੍ਰੈਡਿਟ ਕਿਹਨੂੰ ਦਿੰਦੇ ਹੋ? ਮੈਨੂੰ ਬੜੀ ਖੁਸ਼ੀ ਹੋਈ ਸੀ, ਉਹਨਾਂ ਦਾ ਜਵਾਬ ਸੀ ਕਿ ਇਹ ਜਿਹੜੀ ਪੋਜ਼ਿਟਿਵਿਟੀ ਆ ਮੇਰੇ ਮਾਂ-ਪਿਓ ਦੀ ਦੇਣ ਹੈ। ਹਾਂਜੀ, ਉਹੀ ਭਾਜੀ, ਕਿਉਂਕਿ ਰੱਬ ਨੂੰ ਕਹਿ ਲਓ, ਮਾਂ ਪਿਓ ਕਹਿ ਲਓ, ਮੇਰੇ ਖਿਆਲ ਨਾਲ ਮੈਂ ਤਾਂ ਕਦੀ ਇਹਨਾਂ 'ਚ ਫਰਕ ਸਮਝਿਆ ਨਹੀਂ। ਕਹਿੰਦੇ ਨਾ ਜੇ ਰੱਬ ਧਰਤੀ ਤੇ ਹੈ ਤਾਂ ਉਹ ਮਾਂ ਦੇ ਰੂਪ ਦੇ ਵਿੱਚ ਹੈ, ਤੇ ਮੇਰੀ ਮਾਂ ਉਹ ਸ਼ਖਸੀਅਤ ਹੈ ਜੀ ਵੀ ਉਹ ਮੇਰੇ ਲਈ ਤਾਂ ਰੱਬ ਹੈ ਜੀ, ਤੇ ਰੱਬ ਹੀ ਰਹਿਣਗੇ। ਤੇ ਇਹ ਸਾਰਾ ਕੁਛ ਸਤਿੰਦਰ ਸਰਤਾਜ ਜੀ ਨੂੰ ਅਸੀਂ ਬਹੁਤ ਸੁਣਦੇ ਹਾਂ, ਤੇ ਮਤਲਬ ਉਹ ਤਾਂ ਸਾਡੇ ਗੁਰੂ ਨੇ ਇੱਕ ਹਿਸਾਬ ਦੇ ਜੀ, ਤੇ ਜੋ ਉਹਨਾਂ ਦੀ ਸੋਚ ਹੈ ਮਤਲਬ ਉਸ ਤੋਂ ਹੀ ਬਹੁਤ ਪ੍ਰਭਾਵਿਤ ਆ। ਤੇ ਬਿਲਕੁਲ ਸਹੀ ਜਵਾਬ, ਤੇ ਮਾਣ ਆ ਸਾਨੂੰ ਵੀ ਜਿਹੜਾ ਮਤਲਬ ਏਦਾਂ ਦੇ ਅਸੀਂ ਘਰੇ ਪੈਦਾ ਹੁੰਦੇ ਆ ਵੀ ਜਿੱਥੇ ਸਾਨੂੰ ਏਦਾਂ ਦੀ ਸੋਚ ਮਿਲਦੀ ਹੈ ਜਿਹੜੀ ਅਸੀਂ ਅੱਗੇ ਤੱਕ ਪਹੁੰਚਾ ਸਕਦੇ ਹਾਂ। ਹਾਂਜੀ, ਤੁਸੀਂ ਇਸ ਸਫ਼ਰ ਦੇ ਦੌਰਾਨ ਬਹੁਤ ਕੁਝ ਪ੍ਰਾਪਤ ਕੀਤਾ ਹੈ, ਤੇ ਅਸੀਂ ਚਾਹਾਂਗੇ ਵੀ ਤੁਸੀਂ ਸਾਡੇ ਪੰਜਾਬੀ ਲੋਕ ਚੈਨਲ ਦੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋਵੋ ਵੀ ਅੱਜ ਦੇ ਸਮੇਂ ਦੇ ਵਿੱਚ ਜੇ ਗੱਲ ਕੀਤੀ ਜਾਂਦੀ ਹੈ ਨੈਗੇਟਿਵਿਟੀ ਦੀ, ਉੱਥੇ ਪੋਜ਼ਿਟਿਵਿਟੀ ਦਾ ਵੀ ਬਹੁਤ ਜ਼ਿਆਦਾ ਅਸਰ ਹੁੰਦਾ ਹੈ। ਇਸ ਦੀ ਜਿਹੜੀ ਐਗਜ਼ਾਮਪਲ ਤੁਸੀਂ ਆਪ ਹੋ, ਸੁਨੇਹਾ ਕੀ ਦੋਗੇ ਜੀ? ਸੁਨੇਹਾ ਭਾਜੀ ਇਹੀ ਦੇਵਾਂਗੇ ਵੀ ਚੰਗਾ ਲਿਖੀਏ, ਚੰਗਾ ਗਾਈਏ, ਚੰਗਾ ਸੁਣੀਏ। ਕਿਉਂਕਿ ਜੇ ਅਸੀਂ ਕੋਈ ਕਵਿਤਾ, ਕੁਛ ਚਿੱਤਰਕਾਰੀ ਜੋ ਵੀ ਅਸੀਂ ਬਣਾਉਂਦੇ ਹਾਂ, ਜੇ ਤੁਸੀਂ ਉਸ ਨੂੰ ਉਤਸ਼ਾਹਿਤ ਕਰੋਗੇ, ਜੇ ਸਾਨੂੰ ਲੱਗੇਗਾ ਵੀ ਉਹ ਲੋਕਾਂ ਦੇ ਦਿਲਾਂ ਤੱਕ ਪਹੁੰਚ ਰਹੀ ਹੈ, ਲੋਕੀ ਹੌਸਲਾ ਅਫਜ਼ਾਈ ਕਰ ਰਹੇ ਨੇ, ਤੇ ਮਤਲਬ ਉਹ ਸਾਡਾ ਫਿਰ ਮੋਟੀਵੇਸ਼ਨ ਵੱਧ ਜਾਂਦੀ ਹੈ, ਤੇ ਅਸੀਂ ਫਿਰ ਹੋਰ ਜ਼ਿਆਦਾ ਮੋਟੀਵੇਟ ਹੋ ਕੇ ਉਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਆਉਂਦੇ ਹਾਂ। ਇਹ ਸਾਰਾ ਕੁਛ ਸਾਡੇ ਸਰੋਤਿਆਂ ਦੇ ਹੱਥ ਹੈ, ਸਾਡੇ ਚਾਹੁਣ ਵਾਲਿਆਂ ਦੇ ਹੱਥ ਹੈ, ਸਾਡੇ ਦੇਖਣ ਵਾਲਿਆਂ ਦੇ ਹੱਥ ਹੈ। ਉਹ ਕਹਿੰਦੇ ਵੀ ਜਿੱਦਾਂ ਦੀ ਚੀਜ਼ ਚਾਹੋਗੇ ਉਦਾਂ ਦੀ ਪਰੋਸ ਕੇ ਮਿਲਦੀ ਹੈ ਜੀ। ਇਸ ਕਰਕੇ ਜੇ ਉਹ ਚੰਗੀਆਂ ਚੀਜ਼ਾਂ ਚਾਹਣਗੇ ਤਾਂ ਸਮਾਜ ਵਿੱਚ ਚੰਗੀਆਂ ਆਉਣਗੀਆਂ, ਜੇ ਉਹ ਚੰਗੀਆਂ ਨਹੀਂ ਚਾਹਣਗੇ ਤਾਂ ਨਹੀਂ ਆਉਣਗੀਆਂ। ਪਰ ਕੋਸ਼ਿਸ਼ ਮੇਰੇ ਖਿਆਲ ਨਾਲ ਕਰਦੇ ਰਹਿਣਾ ਚਾਹੀਦਾ ਵੀ ਆਪਾਂ ਪੋਜ਼ਿਟਿਵਿਟੀ ਜ਼ਰੂਰ ਲੈ ਕੇ ਆਈਏ, ਕਿਉਂਕਿ ਨੈਗੇਟਿਵਿਟੀ ਦਾ ਪਸਾਰਾ ਬਹੁਤ ਜ਼ਿਆਦਾ ਹੈ। ਤੇ ਮੈਂ ਵੀ ਇਹੀ ਮੇਰਾ ਸੁਨੇਹਾ ਵੀ ਚੰਗਾ ਲਿਖ, ਜੋ ਵੀ ਚੰਗਾ ਲਿਖਦਾ, ਕਿਤੇ ਵੀ ਲਿਖਦਾ ਹੈ, ਬਣਾਉਂਦਾ ਹੈ, ਗਾਉਂਦਾ ਹੈ, ਉਸਨੂੰ ਮਤਲਬ ਹੌਸਲਾ ਅਫਜ਼ਾਈ ਦਿਓ ਤੇ ਉਸਨੂੰ ਪਲਕਾਂ ਤੇ ਬਿਠਾਓ, ਤਾਂ ਕਿ ਆਪਾਂ ਇਸ ਸਮਾਜ ਨੂੰ ਇੱਕ ਵਧੀਆ ਸਮਾਜ ਬਣਾ ਸਕੀਏ। ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ, ਤੁਸੀਂ ਆਪਣੇ ਬਿਜ਼ੀ ਸਕੈਜੂਲ ਵਿੱਚੋਂ ਸਮਾਂ ਕੱਢਿਆ। ਬਹੁਤ ਧੰਨਵਾਦ, ਬਹੁਤ ਧੰਨਵਾਦ ਭਾਜੀ ਤੁਹਾਡਾ ਜੀ, ਤੇ ਸਾਰੇ ਸਰੋਤਿਆਂ ਦਾ ਵੀ, ਤੇ ਦਿਲੋਂ ਧੰਨਵਾਦ ਜੀ ਭਾਜੀ। ਥੈਂਕ ਯੂ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।